ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਕਾਫੀ ਗਰਮੀ ਸੀ, ਪਰ ਦੁਪਹਿਰੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਆ ਗਈ। ਹਨੇਰੀ ਝੱਖੜ ਝੁੱਲਾ ਆਥਣ ਦੇ ਵੇਲੇ ਖੂਬ ਵਗਿਆ, ਦੁਆਬੇ ਦੇ ਵਿੱਚ ਵੀ ਤੇ ਮਾਲਵੇ ਦੇ ਕਈ ਹਿੱਸਿਆਂ ਦੇ ਵਿੱਚ ਵੀ। ਦੁਪਹਿਰ ਦੇ ਵੇਲੇ ਲੰਘੇ ਕੱਲ੍ਹ ਲੁਧਿਆਣੇ ਦੇ ਵਿੱਚ ਮੀਂਹ ਪਿਆ, ਆਥਣ ਦੇ ਵੇਲੇ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਪਿਆ। ਜਲੰਧਰ ਦੇ ਵਿੱਚ ਵੀ ਵਾਹਵਾ ਪੈ ਗਿਆ, ਸੜਕਾਂ ਗਿੱਲੀਆਂ ਹੋ ਗਈਆਂ। ਇਹ ਤਾਂ ਨਹੀਂ ਕਹਿ ਸਕਦੇ ਵੀ ਮੋਹਲੇ ਧਾਰ ਮੀਂਹ ਵਰਿਆ, ਪਰ ਸੜਕਾਂ ਗਿੱਲੀਆਂ ਕਰਨ ਵਾਲਾ ਮੀਂਹ ਜ਼ਰੂਰ ਪੈ ਗਿਆ। ਪਰ ਮੀਂਹ ਨਾਲੋਂ ਵੱਧ ਤੇਜ਼ ਹਨੇਰੀ ਸੀ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅੱਜ ਤੇ ਭਲਕ ਨੂੰ ਯਾਨੀ ਕਿ 2 ਦਿਨ ਪੰਜਾਬ ਦੇ ਵਿੱਚ ਮੌਸਮ ਇਸੇ ਤਰੀਕੇ ਦਾ ਰਹਿ ਸਕਦਾ। ਮੀਂਹ ਕਣੀ ਦੀ ਪੂਰੀ ਸੰਭਾਵਨਾ, ਬੂੰਦਾਬਾਂਦੀ ਕਈ ਹਿੱਸਿਆਂ ਦੇ ਵਿੱਚ ਹੋਣ ਦੀ ਆਸ ਹੈ। ਸੋ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ, ਵਕਤ ਬਿਆਨ ਕਰੂਗਾ। ਪਰ ਜੋ ਵਕਤ ਨੇ ਬਿਆਨ ਕਰ ਦਿੱਤਾ ਕਿ ਬੀਜੇਪੀ ਦਾ ਪਾਣੀ ਲੱਥ ਰਿਹਾ, ਇਹ ਲਗਾਤਾਰ ਹੀ ਬਿਆਨ ਹੋ ਰਿਹਾ। ਆਪਾਂ ਜਾਣਦੇ ਵੀ 5 ਸੂਬਿਆਂ ਦੇ ਵਿੱਚ ਚੋਣਾਂ ਦੇ ਨਤੀਜੇ 2 ਮਈ ਨੂੰ ਆਏ ਆ। ਉਹਨਾਂ 5 ਦੇ ਵਿੱਚੋਂ 3 ਦੇ ਵਿੱਚ ਬੀਜੇਪੀ ਦਾ ਬਣਿਆ ਕੁਝ ਨਹੀਂ ਗਾ। 2 ਸੂਬੇ ਉਹਦੀ ਝੋਲੀ ਦੇ ਵਿੱਚ ਪਏ ਆ, ਪੁਡੂਚੇਰੀ ਤੇ ਅਸਾਮ। ਉਸ ਤੋਂ ਬਾਅਦ ਹੁਣ ਸਭ ਤੋਂ ਵੱਧ ਨਜ਼ਰ ਆ ਜਿਹੜੀ ਉਹ ਟਿੱਕੀ ਸੀਗੀ ਯੂਪੀ ਦੀਆਂ ਪੰਚਾਇਤੀ ਚੋਣਾਂ ਦੇ ਵੱਲ, ਕਿਉਂਕਿ ਆਮ ਤੌਰ ਦੇ ਉੱਤੇ ਧਾਰਨਾ ਇਹ ਹੈ ਵੀ ਜਿਹੜੇ ਸੂਬੇ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੋਵੇ, ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣ, ਪੰਚਾਇਤੀ ਚੋਣਾਂ ਹੋਣ, ਉਹਦੀ ਝੋਲੀ ਦੇ ਵਿੱਚ ਪੈ ਜਾਂਦੀਆਂ। ਜਦੋਂ ਪੰਜਾਬ ਦੇ ਵਿੱਚ ਪਿੱਛੇ ਜਾਏ ਨਗਰ ਪੰਚਾਇਤ ਦੀਆਂ, ਨਗਰ ਨਿਗਮ ਦੀਆਂ, ਕੌਂਸਲ ਦੀਆਂ ਚੋਣਾਂ ਹੋਈਆਂ ਸੀ, ਉਸ ਵਕਤ ਸੂਬੇ ਦੇ ਵਿੱਚ ਕਾਂਗਰਸ ਨੂੰ ਕਾਫੀ ਵੱਡੀ ਅਗੇਤ ਮਿਲੀ ਸੀ। ਕਾਂਗਰਸ ਦੀ ਬਹੁਤ ਵੱਡੇ ਪੱਧਰ 'ਤੇ ਜਿੱਤ ਹੋਈ ਤੇ ਬੀਜੇਪੀ ਦੇ ਪੰਜਾਬ ਦੇ ਆਗੂਆਂ ਨੇ ਗੱਲ ਕਹੀ ਸੀ ਵੀ ਇਹ ਕਿਹੜੀ ਵੱਡੀ ਪ੍ਰਾਪਤੀ ਹੈ, ਸਾਨੂੰ ਤਾਂ ਇੱਥੇ ਪ੍ਰਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਇਹ ਕਾਂਗਰਸ ਦੇ ਵੱਲੋਂ ਆਪਣੇ ਗੁੰਡੇ ਭੇਜ ਕੇ ਸਾਡੀਆਂ ਰੈਲੀਆਂ ਨੂੰ, ਸਾਡੇ ਇਕੱਠਾਂ ਨੂੰ ਰੋਕਿਆ ਗਿਆ, ਸਾਨੂੰ ਮੀਟਿੰਗਾਂ ਕਰਨ ਦਾ ਮੌਕਾ ਨਹੀਂ ਮਿਲਿਆ। ਇਹ ਤਾਂ ਜੀ ਜਿਹੜੀ ਵੀ ਪਾਰਟੀ ਦੀ ਸਰਕਾਰ ਹੋਵੇ ਜਿਹੜੇ ਸੂਬੇ ਦੇ ਵਿੱਚ, ਉਹ ਜਿੱਤ ਹੀ ਜਾਂਦੀ ਹੁੰਦੀ ਹੈ ਆਪਣੀ ਤਾਕਤ ਦੇ ਨਾਲ। ਉਹਦੇ ਵੱਲੋਂ ਹਰ ਹਰਬਾ ਵਰਤਿਆ ਜਾਂਦਾ, ਹਰ ਛੜਯੰਤਰ ਵਰਤਿਆ ਜਾਂਦਾ। ਹੁਣ ਇਹੀ ਗੱਲ ਜੇਕਰ ਆਪਾਂ ਯੂਪੀ ਦੇ ਵਿੱਚ ਲਾਗੂ ਕਰਨੀ ਹੋਵੇ ਤਾਂ ਉੱਥੇ ਬੀਜੇਪੀ ਦੀ ਸਰਕਾਰ ਹੈ ਯੋਗੀ ਆਦਿੱਤਿਆਨਾਥ ਦੀ। ਪੰਚਾਇਤੀ ਚੋਣਾਂ ਉੱਥੇ ਹੋਈਆਂ, ਨਤੀਜੇ ਆ ਚੁੱਕੇ ਆ। ਇਹਦਾ ਮਤਲਬ ਇਹ ਆ ਵੀ ਉਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਬੀਜੇਪੀ ਦੀ ਜਿੱਤ ਹਾਸਲ ਹੋਣੀ ਚਾਹੀਦੀ ਸੀ, ਕਿਉਂਕਿ ਉੱਥੇ ਜਦੋਂ ਬੀਜੇਪੀ ਦੇ ਕੋਲ ਸਾਰੀ ਤਾਕਤ ਆ, ਹਰ ਹਰਬਾ, ਹਰ ਛੜਯੰਤਰ, ਹਰ ਮਸ਼ੀਨਰੀ ਦਾ ਅੰਗ ਉਹਨਾਂ ਦੇ ਹੱਥ ਦੇ ਵਿੱਚ ਹੈ, ਤਾਂ ਫਿਰ ਵੀ ਬੀਜੇਪੀ ਨੂੰ ਧੋਬੀ ਪਟਕਾ ਉੱਥੇ ਲੱਗ ਗਿਆ। ਕੱਲ੍ਹ ਤੱਕ ਇਹ ਗੱਲ ਕਹਿਣੀ ਸੀ ਬੀਜੇਪੀ ਕਿ ਸਾਡੇ ਕੋਲੇ ਅਮਿਤ ਸ਼ਾਹ, ਇਹ ਰਾਜਨੀਤੀ ਦੇ ਚਣਕਿਆ, ਇਹ ਜਿੱਧਰ ਨੂੰ ਜਾਂਦੇ ਆ ਪਟਾਕੇ ਪਾਉਂਦੇ ਜਾਂਦੇ ਆ, ਪਰ ਹੁਣ ਪਟਾਕੇ ਠੁੱਸ ਹੋਣ ਲੱਗ ਪਏ ਆ। ਕਿਸਾਨ ਇਸ ਗੱਲ ਦੇ ਉੱਤੇ ਬਾਗੀਆਂ ਪਾ ਰਹੇ ਆ। ਉਹ ਕਹਿੰਦੇ ਵੀ ਇਹਨਾਂ ਨਾਲ ਇਵੇਂ ਹੀ ਹੋਣਾ ਸੀ ਤੇ ਅਸੀਂ ਇਵੇਂ ਕੀਤਾ। ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਬਾਰਡਰਾਂ 'ਤੇ ਬੈਠਿਆਂ ਨੇ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚ ਗਏ, ਬੀਜੇਪੀ ਨੂੰ ਉਹਦੀ ਹੋਂਦ ਦਾ ਅਹਿਸਾਸ ਕਰਵਾਤਾ ਵੀ ਤੁਸੀਂ ਕਿੰਨੇ ਕੁ ਜੋਗੇ ਆ। ਹੁਣ ਸਾਡੇ ਕਿਸਾਨ ਬੜੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਯੂਪੀ ਦੇ ਵਿੱਚ ਵੀ ਵਸਦੇ ਸਾਡੇ ਭਰਾ, ਉਹ ਕਹਿੰਦੇ ਵੀ ਉਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਨਾਸੀ ਧੂੰਆਂ ਲਿਆਂਦਾ ਹੋਇਆ, ਉਹਦੇ ਕਰਕੇ ਇੱਥੇ ਪੰਚਾਇਤੀ ਚੋਣਾਂ ਦੇ ਵਿੱਚ ਬੀਜੇਪੀ ਨੂੰ ਬਹੁਤੀ ਸਫਲਤਾ ਨਹੀਂ ਮਿਲੀ। ਹੈਰਾਨੀ ਇਸ ਗੱਲ ਦੀ ਹੈ, ਵਾਰਾਣਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੈ, ਉੱਥੇ ਬੀਜੇਪੀ ਦੇ ਪਿੜ ਪੱਲੇ ਬਹੁਤਾ ਕੁਝ ਨਹੀਂ ਪਿਆ। ਜੇ ਗੱਲ ਅਯੋਧਿਆ ਖੇਤਰ ਦੀ ਕਰਦੇ ਆ, ਉੱਥੇ ਕਿਉਂਕਿ ਇਹਨਾਂ ਦੇ ਵੱਲੋਂ ਹਮੇਸ਼ਾ ਰਾਮ ਲੱਲਾ ਦੇ ਨਾਂ ਦੇ ਉੱਤੇ ਗੱਲ ਕੀਤੀ ਗਈ ਹੈ, ਇਹਨਾਂ ਦੇ ਵੱਲੋਂ ਰਾਮ ਜਨਮ ਭੂਮੀ ਦੀ ਹਮੇਸ਼ਾ ਗੱਲ ਕਰਕੇ ਵੋਟਰਾਂ ਨੂੰ ਗੁੰਮਰਾਹ ਕੀਤਾ ਗਿਆ ਜਾਂ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਮ ਦਾ ਨਾਂ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਹੋਣਾ ਚਾਹੀਦਾ, ਪਰ ਗੱਲ ਇਹ ਹੈ ਵੀ ਇਹਨਾਂ ਦੇ ਵੱਲੋਂ ਵੋਟਾਂ ਦੇ ਮੌਕੇ ਉਸ ਮਸਲੇ ਨੂੰ, ਧਰਮ ਨੂੰ ਵਰਤਿਆ ਗਿਆ ਤੇ ਇਸ ਕਰਕੇ ਲੋਕ ਹੁਣ ਥੋੜ੍ਹਾ ਜਿਹਾ ਪਾਸੇ ਹੋ ਗਏ ਆ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਜੇ ਗੋਰਖਪੁਰ ਖੇਤਰ ਦੀ ਗੱਲ ਕਰਦੇ ਹਾਂ, ਗੋਰਖਪੁਰ ਹੈਗਾ 5 ਵਾਰ ਸੰਸਦ ਮੈਂਬਰ ਰਹੇ ਆ ਯੋਗੀ ਆਦਿੱਤਿਆਨਾਥ ਇੱਥੋਂ, ਪਰ ਗੋਰਖਪੁਰ ਦੇ ਵਿੱਚ ਵੀ ਬੀਜੇਪੀ ਨੂੰ ਸਫਲਤਾ ਨਹੀਂ ਮਿਲੀ। ਮਤਲਬ ਇਹ ਆ ਵੀ ਇਸ ਵਕਤ ਬੀਜੇਪੀ ਨੂੰ ਯੂਪੀ ਦੇ ਵਿੱਚ ਸਫਲਤਾ ਦਾ ਨਾ ਮਿਲਣਾ, 8 ਮਹੀਨਿਆਂ ਬਾਅਦ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉੱਤਰ ਪ੍ਰਦੇਸ਼ ਦੇ ਵਿੱਚ, ਉਹਦੇ ਬਾਬਤ ਇੱਕ ਬਹੁਤ ਵੱਡਾ ਸੰਕੇਤ ਹੈ ਕਿ ਜੇਕਰ ਬੀਜੇਪੀ ਨੇ ਆਪਣੀਆਂ ਗਲਤੀਆਂ ਤੋਂ ਸਬਕ ਨਾ ਸਿੱਖਿਆ ਤਾਂ ਆਉਂਦੇ ਸਮੇਂ ਦੇ ਵਿੱਚ ਪਟਾਕੇ ਹੋਰ ਵੀ ਪੈਣਗੇ। ਬੀਜੇਪੀ ਦੇ ਜਿਹੜੇ ਸੀਨੀਅਰ ਨੇਤਾ, ਭਾਵੇਂ ਉਹ ਪ੍ਰਧਾਨ ਮੰਤਰੀ ਮੋਦੀ ਆ, ਭਾਵੇਂ ਅਮਿਤ ਸ਼ਾਹ, ਭਾਵੇਂ JP ਨੱਡਾ, ਭਾਵੇਂ ਗਡਕਰੀ ਸਾਹਿਬ ਆ, ਭਾਵੇਂ ਰਾਜਨਾਥ ਸਿੰਘ ਆ, ਭਾਵੇਂ ਕੋਈ ਹੋਰ ਆ, ਉਹਨਾਂ ਦੇ ਵੱਲੋਂ ਬੈਠ ਕੇ ਦਿੱਲੀ ਦੇ ਵਿੱਚ ਗਿਣਤੀਆਂ ਮਿਣਤੀਆਂ ਤਾਂ ਕੀਤੀਆਂ ਜਾ ਹੀ ਰਹੀਆਂ ਹੋਣੀਆਂ ਕਿ ਸਾਡਾ ਹੁਣ ਹਾਲ ਪਤਲਾ ਕਿਉਂ ਹੋਣ ਲੱਗ ਪਿਆ, ਹੁਣ ਅਸੀਂ ਤੱਤੇ ਪਾਣੀ ਦੇ ਵਿੱਚ ਕਿਉਂ ਜਾ ਰਹੇ ਹਾਂ, ਸਾਡਾ ਪਾਣੀ ਲੱਥਦਾ ਕਿਹੜੀ ਗੱਲੋਂ ਜਾ ਰਿਹਾ। ਸ਼ਾਇਦ ਉਹਨਾਂ ਨੂੰ ਅਹਿਸਾਸ ਹੋ ਜਾਵੇ ਕਿ ਅਸੀਂ ਅਤੀਤ ਦੇ ਵਿੱਚ ਬਹੁਤ ਗਲਤੀਆਂ ਕੀਤੀਆਂ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਜੋ ਅਸੀਂ ਗੱਲਾਂ ਕੀਤੀਆਂ ਸੀ ਵਾਅਦੇ ਦੇ ਰੂਪ ਦੇ ਵਿੱਚ, ਉਹ ਪੂਰੀਆਂ ਨਹੀਂ ਕੀਤੀਆਂ, ਤੇ ਜੋ ਕੁਝ ਅਸੀਂ ਕਰਤਾ ਤੇ ਉਹਦੀ ਲੋਕਾਂ ਨੇ ਲੋੜ ਨਹੀਂ ਮਹਿਸੂਸ ਕੀਤੀ। ਕਿਸਾਨਾਂ ਨੇ ਇਹ ਗੱਲ ਫਿਰ ਕੱਲ੍ਹ ਬਾਰਡਰ ਦੇ ਉੱਤੇ ਬੈਠਿਆਂ ਨੇ ਕਹੀ ਹੈ। ਉਹ ਕਹਿੰਦੇ ਵੀ ਜੇਕਰ ਹਾਲੇ ਵੀ 3 ਖੇਤੀ ਕਾਨੂੰਨ ਵਾਪਸ ਨਾ ਲਏ ਕੇਂਦਰ ਦੀ ਸਰਕਾਰ ਨੇ, ਜੇਕਰ MSP ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਨਾ ਦਿੱਤੀ, ਤਾਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਗਈ।
ਅਸੀਂ ਲੰਮਾ ਸਮਾਂ ਇਹ ਅੰਦੋਲਨ ਚਲਾਵਾਂਗੇ, 24 ਤੱਕ ਇਹ ਅੰਦੋਲਨ ਚਲਾਵਾਂਗੇ। ਜਿੱਥੇ ਵੀ ਚੋਣਾਂ ਹੋਣਗੀਆਂ ਵਿਧਾਨ ਸਭਾ ਦੀਆਂ ਉੱਥੇ ਜਾਵਾਂਗੇ ਤੇ ਬੀਜੇਪੀ ਦੇ ਭਾਂਡੇ ਮਾਂਜ ਕੇ ਆਵਾਂਗੇ। ਅਸੀਂ ਭਾਂਡੇ ਮੂਧੇ ਮਾਰ ਕੇ ਆਵਾਂਗੇ। ਸੋ ਵਕਤ ਦੱਸੂਗਾ ਕਿ ਯੋਗੀ ਆਦਿੱਤਿਆਨਾਥ ਪੰਚਾਇਤੀ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਕੀ ਸਬਕ ਲੈਂਦੇ ਆ। ਪਰ ਇਹ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ। 8-9 ਮਹੀਨਿਆਂ ਬਾਅਦ ਜਦੋਂ ਵੋਟਾਂ ਪੈਣੀਆਂ ਵਿਧਾਨ ਸਭਾ ਦੀਆਂ, ਉਸ ਤੋਂ ਪਹਿਲਾਂ ਦੇ ਸੈਮੀਫਾਈਨਲ ਦੇ ਵਿੱਚ ਤਾਂ ਗੋਡਣੀ ਲੱਗ ਗਈ ਹੈ ਬੀਜੇਪੀ ਦੀ। ਬਾਕੀ ਵਕਤ ਬਿਆਨ ਕਰੂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਹੜੇ ਖੇਤਰ ਦੇ ਵਿੱਚ ਕਿੰਨੀਆਂ ਸੀਟਾਂ ਬੀਜੇਪੀ ਦੇ ਹਿੱਸੇ ਦੇ ਵਿੱਚ ਆਈਆਂ, ਕਿੰਨੀਆਂ ਸਮਾਜਵਾਦੀ ਪਾਰਟੀ ਦੇ ਹਿੱਸੇ ਦੇ ਵਿੱਚ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਵਿੱਚ ਬੀਜੇਪੀ ਬੁਰੇ ਤਰੀਕੇ ਦੇ ਨਾਲ ਪਿੱਛੇ ਧੱਕੀ ਹੋਈ ਦੇਖੀ ਗਈ। ਜ਼ਿਲ੍ਹਾ ਪੰਚਾਇਤੀ ਮੈਂਬਰਾਂ ਦੀਆਂ 40 ਸੀਟਾਂ ਦੇ ਵਿੱਚੋਂ 39 ਦੇ ਉੱਤੇ ਚੋਣਾਂ ਹੋਈਆਂ ਸਨ। ਇੱਕ ਸੀਟ ਦੇ ਉੱਤੇ ਉਮੀਦਵਾਰ ਦੀ ਮੌਤ ਹੋਣ ਕਰਕੇ ਇੱਥੇ ਚੋਣ ਟਲ ਗਈ ਸੀ। ਹੁਣ ਤੱਕ ਜੋ ਨਤੀਜੇ ਆਏ ਨੇ, ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, 26 ਸੀਟਾਂ ਦੇ ਨਤੀਜੇ ਆ ਚੁੱਕੇ ਸਨ। ਭਾਜਪਾ ਸਿਰਫ 7 ਸੀਟਾਂ ਜਿੱਤ ਸਕੀ ਤੇ 14 ਸੀਟਾਂ ਦੇ ਉੱਤੇ ਸਮਾਜਵਾਦੀ ਪਾਰਟੀ ਨੇ ਕਬਜ਼ਾ ਕਰ ਲਿਆ। ਸੋ ਇਹੋ ਜਿਹਾ ਹਾਲ ਹੀ ਅਯੋਧਿਆ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਮਥੁਰਾ ਦੇ ਵਿੱਚ ਮਾਇਆਵਤੀ ਦੀ ਪਾਰਟੀ ਬਸਪਾ ਨੇ ਭਾਜਪਾ ਨੂੰ ਪਛਾੜ ਦਿੱਤਾ। ਅਗਲੇ ਸਾਲ ਯੂਪੀ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਪੰਚਾਇਤੀ ਚੋਣਾਂ ਨੂੰ ਉੱਥੋਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ। ਅਯੋਧਿਆ ਯਾਨੀ ਕਿ ਰਾਮ ਦੀ ਨਗਰੀ ਵਿੱਚ ਬੀਜੇਪੀ ਨੂੰ ਬੁਰੇ ਤਰੀਕੇ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਦੀਆਂ 40 ਦੇ ਵਿੱਚੋਂ 24 ਸੀਟਾਂ ਦੇ ਉੱਤੇ ਸਮਾਜਵਾਦੀ ਪਾਰਟੀ ਨੇ ਕਬਜ਼ਾ ਕੀਤਾ। ਬੀਜੇਪੀ ਦੇ ਖਾਤੇ ਦੇ ਵਿੱਚ ਸਿਰਫ 6 ਸੀਟਾਂ ਆਈਆਂ ਨੇ। ਮਾਇਆਵਤੀ ਦੀ ਬਸਪਾ ਨੇ 5 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ। ਵਾਰਾਣਸੀ ਦੇ ਬਾਰੇ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਇੱਥੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਦੀਆਂ 40 ਸੀਟਾਂ ਦੇ ਵਿੱਚੋਂ ਬੀਜੇਪੀ ਦੇ 7 ਉਮੀਦਵਾਰ ਜਿੱਤੇ। ਸਮਾਜਵਾਦੀ ਪਾਰਟੀ ਦੇ 15 ਉਮੀਦਵਾਰਾਂ ਨੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਆਜ਼ਾਦ 1, ਆਪਣਾ ਦਲ ਦਾ 1, ਬਸਪਾ ਦਾ 1, ਆਮ ਆਦਮੀ ਪਾਰਟੀ ਦਾ 1 ਉਮੀਦਵਾਰ ਜਿੱਤਿਆ। ਬਚੀਆਂ ਹੋਈਆਂ ਸੀਟਾਂ ਦੇ ਉੱਤੇ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਕਿਸੇ ਵੀ ਥਾਂ ਦੇ ਉੱਤੇ ਭਾਜਪਾ ਅੱਗੇ ਨਹੀਂ ਸੀ ਚੱਲ ਰਹੀ। ਮਥੁਰਾ ਦੇ ਵਿੱਚ ਕੁੱਲ 33 ਸੀਟਾਂ ਨੇ ਜ਼ਿਲ੍ਹਾ ਪੰਚਾਇਤ ਦੀਆਂ। ਬਸਪਾ ਨੇ 13 ਉਮੀਦਵਾਰਾਂ ਦੇ ਜਿੱਤਣ ਦਾ ਦਾਅਵਾ ਕੀਤਾ, ਜਦ ਕਿ ਬੀਜੇਪੀ ਦੇ ਖਾਤੇ ਦੇ ਵਿੱਚ 8 ਸੀਟਾਂ ਤੇ ਸਮਾਜਵਾਦੀ ਪਾਰਟੀ ਨੂੰ ਹਾਲੇ ਤੱਕ 1 ਸੀਟ ਮਿਲਣ ਦੀ ਆਸ ਹੈ। ਰਾਸ਼ਟਰੀ ਲੋਕ ਦਲ ਨੇ 8 ਤੇ 3 ਆਜ਼ਾਦ ਉਮੀਦਵਾਰ ਜਿੱਤੇ ਨੇ। ਲਖਨਊ ਕੇਂਦਰੀ ਮੰਤਰੀ ਰਾਜਨਾਥ ਸਿੰਘ ਦਾ ਸੰਸਦੀ ਖੇਤਰ ਹੈ ਤੇ ਰਾਜਧਾਨੀ ਲਖਨਊ ਦੇ ਵਿੱਚ ਜ਼ਿਲ੍ਹਾ ਪੰਚਾਇਤ ਦੀਆਂ 25 ਸੀਟਾਂ ਦੇ ਨਤੀਜੇ ਆ ਚੁੱਕੇ ਨੇ। ਇਹਦੇ ਵਿੱਚ ਬੀਜੇਪੀ ਨੂੰ 3, ਸਮਾਜਵਾਦੀ ਪਾਰਟੀ ਨੂੰ 10, ਬਸਪਾ ਨੂੰ 4 ਤੇ ਹੋਰਨਾਂ ਨੂੰ 8 ਸੀਟਾਂ ਦੇ ਉੱਤੇ ਜਿੱਤ ਮਿਲੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਬੀਜੇਪੀ ਇਹ ਸੋਚਦੀ ਸੀ ਕਿ ਸਾਨੂੰ ਹਰ ਥਾਂ ਦੇ ਉੱਤੇ ਫਤਿਹ ਹਾਸਲ ਹੋਣੀ ਹੈ, ਪਰ ਨਤੀਜੇ ਕੁਝ ਹੋਰ ਹੀ ਬਿਆਨ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਉਸ ਰੂਪ ਦੇ ਵਿੱਚ ਪੂਰੇ ਕੀਤੇ ਜਾਣ ਜਿਵੇਂ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਵਿੱਚ ਕੀਤੇ ਆ, ਤਾਂ ਲੋਕ ਇੰਨੇ ਵੱਡੇ ਪੱਧਰ ਦੇ ਉੱਤੇ ਨਿਰਾਸ਼ਾ ਦਾ ਵੀ ਸ਼ਿਕਾਰ ਨਹੀਂ ਹੁੰਦੇ ਤੇ ਲੋਕ ਇੰਨੇ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਨਹੀਂ ਕਰਦੇ ਜਿਸ ਤਰੀਕੇ ਨਾਲ ਹੁਣ ਬੀਜੇਪੀ ਦਾ ਹੋਣ ਲੱਗ ਪਿਆ। ਹਾਲਾਂਕਿ ਕਿਹਾ ਤਾਂ ਇਹ ਜਾ ਰਿਹਾ ਰਾਜਨੀਤਿਕ ਮਾਹਰਾਂ ਦੇ ਵੱਲੋਂ ਕਿ ਬੀਜੇਪੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪ੍ਰਤੀ ਲੋਕਾਂ ਦੀ ਧਾਰਨਾ ਬਣਦੀ ਜਾ ਰਹੀ ਹੈ। ਕਿਉਂਕਿ ਮਹਿੰਗਾਈ ਦੀ ਚੱਕੀ ਦੇ ਵਿੱਚ ਹਰ ਕੋਈ ਪਿਸ ਰਿਹਾ, ਕਿਉਂਕਿ ਧਰਮ ਦੇ ਨਾਂ ਦੇ ਉੱਤੇ ਹਰ ਕੋਈ ਵੰਡੀਆਂ ਮਹਿਸੂਸ ਕਰ ਰਿਹਾ, ਕਿਉਂਕਿ ਘੱਟ ਗਿਣਤੀਆਂ ਨੂੰ ਵੀ ਖਤਰਾ ਲੋਕ ਮਹਿਸੂਸ ਕਰ ਰਹੇ ਆ, ਕਿਉਂਕਿ ਦੇਸ਼ ਦੀ ਕਿਸਾਨੀ ਇਸ ਵਕਤ ਸੰਕਟ ਦੇ ਵਿੱਚ ਹੈ। ਕਿਹੜਾ ਐਸਾ ਵਰਗ ਆ ਜਿਹੜਾ ਸੰਤੁਸ਼ਟ ਹੈ, ਜਿਨ੍ਹਾਂ ਦੇ ਖੋਪੇ ਲੱਗੇ ਆ, ਜਿਹੜੇ ਕਿ ਇੱਕ ਧਰਮ ਵਿਸ਼ੇਸ਼ ਦੀ ਗੱਲ ਕਰਕੇ ਕਹਿੰਦੇ ਆ ਵੀ ਮੋਦੀ ਹੈ ਤਾਂ ਮੁਮਕਿਨ ਹੈ। ਉਹ ਜੋ ਮਰਜ਼ੀ ਕਹਿਣ, ਪਰ ਲੋਕਾਂ ਦਾ ਨਜ਼ਰੀਆ ਜਿਸ ਤਰੀਕੇ ਨਾਲ ਬਦਲ ਰਿਹਾ ਬੀਜੇਪੀ ਦੇ ਪ੍ਰਤੀ, ਉਹ ਬੀਜੇਪੀ ਦੇ ਲਈ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡਾ ਸੰਕਟ ਖੜਾ ਕਰਨ ਵਾਲੀ ਗੱਲ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਤੱਕ ਵੱਖ-ਵੱਖ ਕੰਪਨੀਆਂ ਨੇ ਵੀ ਬੀਜੇਪੀ ਦੇ ਹੱਕ ਦੇ ਵਿੱਚ ਭੁਗਤਿਆ, ਉਹਦੀ ਬੜੀ ਵੱਡੀ ਉਦਾਹਰਨ ਆਈ ਹੈ। ਕਿਉਂਕਿ ਲੰਮਾ ਸਮਾਂ, ਕਈ ਹਫ਼ਤੇ ਆਪਾਂ ਜਾਣਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਚੱਲਿਆ, ਪਰ ਜਦੋਂ ਹੁਣ 2 ਮਈ ਨੂੰ ਨਤੀਜੇ ਆ ਗਏ ਆ ਤਾਂ ਤੇਲ ਦੀਆਂ ਕੀਮਤਾਂ ਜਿਹੜੀਆਂ ਕਿ ਵਕਤੀ ਤੌਰ ਦੇ ਉੱਤੇ ਕੰਪਨੀਆਂ ਨੇ ਰੋਕ ਦਿੱਤੀਆਂ ਸੀ, ਉਹਨਾਂ ਕੀਮਤਾਂ ਦੇ ਵਿੱਚ ਇੱਕ ਵਾਰ ਫੇਰ ਵਾਧਾ ਹੋ ਗਿਆ। ਪਤਾ ਲੱਗਾ ਜੀ ਕਿ 18 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਡੀਜ਼ਲ ਮਹਿੰਗਾ ਹੋ ਗਿਆ ਤੇ 15 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਮਹਿੰਗਾ ਹੋ ਗਿਆ। ਜੇ ਤੁਸੀਂ ਕਿਸੇ ਕੇਂਦਰੀ ਮੰਤਰੀ ਨੂੰ ਇਹ ਗੱਲ ਕਹੋ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰੋ, ਲੋਕਾਂ ਦੀ ਚੀਕ ਨਿਕਲੀ ਪਈ ਹੈ। ਉਹ ਇੱਕੋ ਗੱਲ ਕਹਿੰਦੇ ਜੀ ਕਿ ਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕਿਵੇਂ ਵੱਧਦੀਆਂ ਕਿਵੇਂ ਘਟਦੀਆਂ, ਉਹਦੇ ਆਧਾਰ ਦੇ ਉੱਤੇ ਤੇਲ ਕੰਪਨੀਆਂ ਨੇ ਤੈਅ ਕਰਨਾ। ਇਹ ਸਾਡੇ ਕਾਬੂ ਦੇ ਵਿੱਚ ਤੇਲ ਕੰਪਨੀਆਂ ਨਹੀਂ ਆ, ਇਹ ਤਾਂ ਆਪਦੀ ਮਰਜ਼ੀ ਮੁਤਾਬਕ ਕਰਦੀਆਂ। ਤੇ ਜੇਕਰ ਉਹ ਆਪਣੀ ਮਰਜ਼ੀ ਮੁਤਾਬਕ ਕਰਦੀਆਂ, ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹੁੰਦੀਆਂ ਉਦੋਂ ਤੇਲ ਦੀਆਂ ਕੀਮਤਾਂ ਰੁਕ ਕਿਵੇਂ ਜਾਂਦੀਆਂ, ਜਦੋਂ ਮਸਲਾ ਹੱਲ ਹੋ ਜਾਂਦਾ, ਵੇਲਾ ਨਿਕਲ ਜਾਂਦਾ, ਉਦੋਂ ਇੱਕਦਮ ਕੀਮਤਾਂ ਵੱਧ ਕਿਵੇਂ ਜਾਂਦੀਆਂ। ਇਹਦੇ ਬਾਬਤ ਵੀ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉੱਠਣੇ ਚਾਹੀਦੇ ਆ ਜਿਹੜੇ ਕਿ ਹਾਲੇ ਤੱਕ ਉੱਠ ਨਹੀਂ ਰਹੇ।
ਸੋ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਘੇਰਾ ਪੈ ਰਿਹਾ, ਆਉਂਦੇ ਸਮੇਂ ਦੇ ਵਿੱਚ ਮਸਲੇ ਹੋਰ ਵੱਡੇ ਖੜੇ ਹੋ ਸਕਦੇ ਆ। ਦੇਸ਼ ਦੇ ਲੋਕ ਇਹ ਗੱਲ ਸੋਚਣ ਲੱਗ ਪਏ ਆ, ਭਾਵੇਂ ਕਿ ਹਾਲੇ ਉਹਨੇ ਵੱਡੇ ਪੱਧਰ ਦੇ ਉੱਤੇ ਲਹਿਰ ਨਹੀਂ ਉੱਠੀ, ਪਰ ਮੈਨੂੰ ਲੱਗਦਾ ਵੀ ਲੋਕ ਇਹ ਸੋਚਣਗੇ ਵੀ ਧਰਮ 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 ਆਪਾਂ ਕਿੰਨੀ ਕੁ ਦੇਰ ਕਰਾਂਗੇ। ਧਰਮ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਮਸਲੇ ਆ। ਧਰਮ ਮਨੁੱਖ ਦੀ ਨਿੱਜੀ ਆਜ਼ਾਦੀ ਦਾ ਮਸਲਾ, ਉਹ ਬੰਦੇ ਦੀ ਮਰਜ਼ੀ ਦੀ ਗੱਲ ਹੈਗੀ ਹੈ ਵੀ ਅਸੀਂ ਕਿਹੜੇ ਧਰਮ ਨਾਲ ਜੁੜਨਾ, ਕਿਹੜੇ ਨਾਲ ਨਹੀਂ ਜੁੜਨਾ, ਅਸੀਂ ਆਸਥਾ ਦੇ ਪ੍ਰਤੀ ਕੀ ਆਪਣੀ ਧਾਰਨਾ। ਪਰ ਜਿਸ ਤਰੀਕੇ ਨਾਲ ਤੁਸੀਂ ਧਰਮ ਤੇ ਜਾਤ ਦੀ ਗੱਲ ਕਰਕੇ ਲੋਕਾਂ 'ਚ ਵੰਡੀਆਂ ਪਾ ਰਹੇ ਆ, ਇਹ ਹੁਣ ਵਾਰ-ਵਾਰ ਕਾਠ ਦੀ ਹਾਂਡੀ ਨਹੀਂ ਚੜ੍ਹਦੀ, ਲੋਕਾਂ ਦਾ ਇਹ ਕਹਿਣਾ। ਸੋ ਰਾਜਨੀਤਿਕ ਮਾਹਰਾਂ ਨੇ ਗੱਲ ਕਹੀ ਆ ਕਿ 2024 ਦੇ ਵਿੱਚ ਵੀ ਜੇਕਰ ਮਮਤਾ ਬੈਨਰਜੀ ਨੂੰ ਮੂਹਰੇ ਕਰ ਦਿੱਤਾ ਗਿਆ ਤਾਂ ਮੋਦੀ ਸਰਕਾਰ ਨੂੰ ਬਹੁਤ ਵੱਡੀ ਚੁਣੌਤੀ ਹੋ ਸਕਦੀ ਹੈ। ਤੇ 2021 ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਯੂਪੀ ਦੇ ਵਿੱਚ ਵੀ ਤੇ ਕਈ ਹੋਰ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ। ਮੰਨਿਆ ਜਾ ਰਿਹਾ ਵੀ ਚੁਣੌਤੀ ਵਧੂਗੀ ਬੀਜੇਪੀ ਦੀ। ਬਾਕੀ ਵਕਤ ਨੇ ਸਾਰਾ ਕੁਝ ਬਿਆਨ ਕਰਨਾ। ਹੁਣ ਜਦੋਂ ਹਾਈ ਕਮਾਨ ਕਾਂਗਰਸ ਦੀ ਕਮਜ਼ੋਰ ਹੋ ਚੁੱਕੀ ਆ, ਹੋਰ ਕਮਜ਼ੋਰ ਹੋ ਚੁੱਕੀ ਹੈ, ਇਹ ਗੱਲ ਕਹਿਣੀ ਬਣਦੀ ਹੈ, ਕਿਉਂਕਿ ਕਮਜ਼ੋਰ ਤਾਂ ਪਹਿਲਾਂ ਵੀ ਸੀ, ਪਰ ਜਿਸ ਤਰੀਕੇ ਦੇ ਨਾਲ ਹੁਣ 5 ਸੂਬਿਆਂ ਦੇ ਵਿੱਚ ਹੀ ਬਹੁਤੀ ਕੋਈ ਸਫਲਤਾ ਨਹੀਂ ਮਿਲੀ, ਕਿਉਂਕਿ 5 ਸੂਬਿਆਂ ਦੇ ਵਿੱਚੋਂ ਇੱਕ ਸੂਬਾ ਤਾਮਿਲਨਾਡੂ, ਉਹਦੇ ਵਿੱਚ ਕਾਂਗਰਸ ਦਾ ਡੀਐਮਕੇ ਦੇ ਨਾਲ ਗੱਠਜੋੜ ਸੀ, ਉੱਥੇ ਉਹਨਾਂ ਨੂੰ ਜਿੱਤ ਮਿਲੀ ਆ ਗੱਠਜੋੜ ਦੇ ਕਰਕੇ। ਤੇ 4 ਸੂਬਿਆਂ ਦੇ ਵਿੱਚ ਬੁਰਾ ਹਾਲ ਹੋ ਗਿਆ। ਰਾਹੁਲ ਗਾਂਧੀ ਦਾ ਕੱਦ ਹੋਰ ਛੋਟਾ ਹੋ ਗਿਆ, ਕਿਉਂਕਿ ਆਪਾਂ ਜਾਣਦੇ ਹਾਂ ਵੀ ਸੰਸਦੀ ਖੇਤਰ ਆ ਜਿਹੜਾ ਵਾਇਨਾਡ, ਉਹ ਕੇਰਲ ਦੇ ਵਿੱਚ ਪੈਂਦਾ। ਕੇਰਲ ਦੇ ਵਿੱਚ ਜਾ ਕੇ ਧੂਆਂਧਾਰ ਪ੍ਰਚਾਰ ਵੀ ਕੀਤਾ ਰਾਹੁਲ ਗਾਂਧੀ ਨੇ, ਅਸਾਮ ਦੇ ਵਿੱਚ ਵੀ ਕੀਤਾ, ਪਰ ਨਾ ਕੇਰਲ ਦੇ ਵਿੱਚ ਗੱਲ ਬਣੀ, ਨਾ ਅਸਾਮ ਦੇ ਵਿੱਚ ਗੱਲ ਬਣੀ। ਤੇ ਰਾਹੁਲ ਗਾਂਧੀ ਦੀ ਸ਼ਖਸੀਅਤ ਦੇ ਉੱਤੇ, ਉਹਦੇ ਰੁਤਬੇ ਦੇ ਉੱਤੇ ਤੇ ਉਹਦੀ ਅਗਵਾਈ ਦੇ ਉੱਤੇ 100 ਕਿਸਮ ਦੇ ਸਵਾਲ ਉੱਠ ਰਹੇ ਤੇ ਉੱਠਣੇ ਵੀ ਸੀ। ਰਾਹੁਲ ਗਾਂਧੀ ਨੇ ਕੋਈ ਚਮਤਕਾਰ ਪੇਸ਼ ਨਹੀਂ ਕੀਤਾ ਤੇ ਸ਼ਾਇਦ ਕਰ ਵੀ ਨਾ ਸਕੇ, ਕਿਉਂਕਿ ਹੁਣ ਇਹ ਮੰਨਣਾ ਪਊਗਾ ਕਿ ਉਹਦੇ ਵਿੱਚ ਸ਼ਾਇਦ ਉਹ ਕਾਬਲੀਅਤ ਨਹੀਂ ਹੈਗੀ ਜਿਹੜੀ ਕਿ ਇਸ ਵਕਤ ਮੋਦੀ ਨਾਲ ਮੱਥਾ ਲਾਉਣ ਦੇ ਲਈ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਵਕਤ ਮੈਨੂੰ ਲੱਗਦਾ ਕਿ ਬਹੁਤ ਕੁਝ ਉਲਟ ਪੁਲਟ ਕਰੂਗਾ। ਪਰ ਹੁਣ ਇਸ ਗੱਲ ਦੀ ਵੀ ਆਸ ਹੈ ਕਿ ਹਾਈ ਕਮਾਨ ਦੇ ਕਮਜ਼ੋਰ ਹੋਣ ਦਾ ਨਤੀਜਾ ਜਿਹੜਾ ਉਹ ਪੰਜਾਬ ਦੀ ਕਾਂਗਰਸ ਦੇ ਉੱਤੇ ਵੀ ਦੇਖਣ ਨੂੰ ਮਿਲੂਗਾ। ਕੱਲ੍ਹ ਤੱਕ ਇਸ ਗੱਲ ਦੀ ਆਸ ਸੀ ਵੀ ਜੇਕਰ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ 2-3 ਸੂਬੇ ਉੱਥੇ ਫਤਿਹ ਕਰ ਲਏ ਜਾਂਦੇ ਆ, ਹਾਈ ਕਮਾਨ ਮਜ਼ਬੂਤ ਸਥਿਤੀ ਦੇ ਵਿੱਚ ਹੋਊਗੀ ਕਾਂਗਰਸ ਦੀ। ਉਹ ਕਾਂਗਰਸ ਹਾਈ ਕਮਾਨ ਜਿਹੜੀ ਕਿ ਨਵਜੋਤ ਸਿੱਧੂ ਨੂੰ ਥਾਪੀ ਦੇ ਕੇ ਕਹਿੰਦੀ ਹੈ ਵੀ ਬੇਫਿਕਰ ਰਹਿ, ਚੱਕ ਦੇ ਫੱਟੇ, ਉਹ ਹੁਣ ਹਾਈ ਕਮਾਨ ਆਪ ਜਦੋਂ ਕਮਜ਼ੋਰ ਹੋ ਗਈ ਤਾਂ ਰਾਹੁਲ ਗਾਂਧੀ ਜਦੋਂ ਆਪ ਕਮਜ਼ੋਰ ਹੋ ਗਏ ਤਾਂ ਨਵਜੋਤ ਸਿੱਧੂ ਨੂੰ ਥਾਪੜਾ ਕਿਵੇਂ ਦੇਣਗੇ। ਇਸ ਕਰਕੇ ਮੰਨਿਆ ਇਹ ਜਾ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਮੁਤਾਬਕ ਹੀ ਅਗਲੀਆਂ ਚੋਣਾਂ ਲੜੀਆਂ ਜਾਣਗੀਆਂ, ਜਿਹੜੀਆਂ ਕਿ ਕੁਝ ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਹੋਣੀਆਂ। ਜੇ ਤਾਂ ਉਧਰ ਮਿਲ ਜਾਂਦੀ ਵੱਡੀ ਸਫਲਤਾ, ਫਿਰ ਤਾਂ ਹਾਈ ਕਮਾਨ ਘੁਰਕੀ ਵੀ ਮਾਰਦੀ ਵੀ ਭਾਈ ਹੁਣ ਨਵਜੋਤ ਸਿੱਧੂ ਨੂੰ ਬਰਾਬਰ ਦਾ ਰੁਤਬਾ ਦਿਓ। ਪਰ ਹੁਣ ਜਦੋਂ ਆਪ ਕਮਜ਼ੋਰ ਹੋ ਗਏ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਹੁਕਮ ਕਿਵੇਂ ਚਲਾ ਸਕਦੇ, ਸਵਾਲ ਇਹ ਵੀ ਪੈਦਾ ਹੁੰਦਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸੀਤ ਯੁੱਧ ਚੱਲ ਰਿਹਾ, ਇਹਦੇ ਕਰਕੇ ਪੰਜਾਬ ਦੇ ਕਈ ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਕਈ ਮੰਤਰੀ ਹੁਣ ਘੇਸਲ ਜੀ ਮਾਰ ਕੇ, ਕੰਨੀ ਜੀ ਕਤਰਾ ਕੇ ਸਿੱਧੂ ਦੇ ਕੋਲੋਂ ਲੰਘਦੇ ਆ ਤੇ ਸਿੱਧੂ ਦੇ ਨਾਲ ਉਹਨਾਂ ਦਾ ਪਹਿਲਾਂ ਵਾਲਾ ਭਾਈਚਾਰਕ ਵਤੀਰਾ ਨਹੀਂ ਆ ਰਿਹਾ, ਪਹਿਲਾਂ ਵਾਲੀ ਸਾਂਝ ਨਹੀਂ ਉਹਨਾਂ ਨੂੰ ਦਿਸ ਰਹੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਜੀ ਕਿ ਹੁਣ ਇਹਨਾਂ ਦਾ ਪਤਾ ਕੋਈ ਨਹੀਂ ਕਿਹੜੇ ਪਾਸੇ ਨੂੰ ਚਲੇ ਜਾਣ ਤੇ ਅਸੀਂ ਕਿਤੇ ਇਹਨਾਂ ਦੇ ਗਰੁੱਪ ਦੇ ਵਿੱਚ ਹੈਗੇ ਆ, ਇਸ ਗੱਲ ਦਾ ਪ੍ਰਭਾਵ ਜਾਵੇ ਤੇ ਉਹਦੇ ਨਾਲੋਂ ਚੰਗਾ ਇਹ ਆ ਕਿ ਅਸੀਂ ਹੁਣ ਕਿਨਾਰਾਕਸ਼ੀ ਕਰੀਏ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਸ਼ੁਰੂ ਹੋਈ ਸੀਤ ਜੰਗ ਨੂੰ ਵੇਖਦਿਆਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਸਿੱਧੂ ਤੋਂ ਦੂਰੀ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਕਾਂਗਰਸੀ ਸੂਤਰਾਂ ਦੇ ਮੁਤਾਬਕ ਕੈਪਟਨ ਨੇ ਸਿੱਧੂ ਵੱਲੋਂ ਬਰਗਾੜੀ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਵੇਖਦਿਆਂ ਉਹਨਾਂ ਖਿਲਾਫ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਜਵਾਬੀ ਸਿਆਸੀ ਵਾਰ ਕੀਤਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸਿੱਧੂ ਨਾਲ ਇਸ ਵੇਲੇ ਪ੍ਰਗਟ ਸਿੰਘ ਹੀ ਖੁੱਲ੍ਹ ਕੇ ਸਾਹਮਣੇ ਆਏ ਨੇ। ਕੈਪਟਨ ਦਾ ਖੇਮਾ ਵੀ ਪੂਰੀ ਤਰ੍ਹਾਂ ਸਿੱਧੂ ਨੂੰ ਮਿਲਣ ਵਾਲਿਆਂ ਦੇ ਉੱਤੇ ਨਿਗਾਹ ਰੱਖ ਰਿਹਾ, ਕਿਉਂਕਿ ਹੁਣ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ 5 ਸੂਬਿਆਂ ਦੇ। ਇਸ ਲਈ ਮੁੱਖ ਮੰਤਰੀ ਵੱਲੋਂ ਅਗਲੇ ਕੁਝ ਦਿਨਾਂ ਦੇ ਵਿੱਚ ਸਿੱਧੂ ਦੀ ਬਿਆਨਬਾਜ਼ੀ ਦਾ ਮਾਮਲਾ ਕਾਂਗਰਸੀ ਲੀਡਰਸ਼ਿਪ ਦੇ ਸਾਹਮਣੇ ਚੁੱਕਿਆ ਜਾ ਸਕਦਾ ਹੈ। ਅਜੇ ਤੱਕ ਕੇਂਦਰੀ ਲੀਡਰਸ਼ਿਪ ਨੇ ਇਸ ਮਾਮਲੇ ਵਿੱਚ ਕੋਈ ਦਖਲ ਨਹੀਂ ਦਿੱਤਾ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਚੁੱਪ ਵੱਟੀ ਹੋਈ ਹੈ। ਇਸ ਮਾਮਲੇ ਦੇ ਉੱਤੇ ਕੈਪਟਨ ਸਿੱਧੂ ਨਾਲ ਆਰ-ਪਾਰ ਦੀ ਲੜਾਈ ਦੇ ਰੌਂ ਦੇ ਵਿੱਚ ਆ ਚੁੱਕੇ ਨੇ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕਾਂਗਰਸੀ ਮੰਤਰੀਆਂ ਨੇ ਵੀ ਸਿੱਧੂ ਦੇ ਮਾਮਲੇ 'ਚ ਮੁੱਖ ਮੰਤਰੀ ਦਾ ਪੂਰਾ ਸਮਰਥਨ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਹੀ ਰਹਿਣਗੇ ਜਾਂ ਫਿਰ ਉਡਾਰੀ ਮਾਰ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਣਗੇ, ਇਹ ਆਉਣ ਵਾਲਾ ਵਕਤ ਬਿਆਨ ਕਰੂਗਾ। ਲੰਘੇ ਦਿਨੀ ਸਾਡੀ ਇੱਕ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦੇ ਨਾਲ ਗੱਲਬਾਤ ਹੋਈ। ਉਹਨੇ ਬੜੀ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ 2 ਟੁਕ ਗੱਲ ਕਹੀ। ਉਹ ਕਹਿੰਦਾ ਜੀ ਕਿ ਜੇਕਰ ਕਾਂਗਰਸ ਦੇ ਵਿੱਚ 6-7 ਵਰੇ ਹੋ ਗਏ ਸਿੱਧੂ ਨੂੰ ਗਿਆ, 6 ਵਰੇ ਤਾਂ ਹੋ ਹੀ ਗਏ ਲਗਭਗ, ਜੇਕਰ ਇਸ ਦੇ ਬਾਵਜੂਦ ਉਹ ਉਪ ਮੁੱਖ ਮੰਤਰੀ ਬਣਾ ਕੇ ਸਿੱਧੂ ਨੂੰ ਰਾਜ਼ੀ ਨਹੀਂ ਤੇ ਜੇਕਰ ਕੱਲ੍ਹ ਨੂੰ ਸਾਡੀ ਪਾਰਟੀ ਦੇ ਵਿੱਚ ਸਿੱਧੂ ਹੋਰੀ ਆਉਂਦੇ ਯਾਨੀ ਕਿ ਝਾੜੂ ਚੁੱਕਦੇ ਆ
ਤਾਂ ਅਸੀਂ ਪੈਂਦੀ ਸੱਟੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਕਿਵੇਂ ਬਣਾ ਦਿਆਂਗੇ। ਇਸ ਸਵਾਲ ਦਾ ਤੁਸੀਂ ਆਪ ਹੀ ਉੱਤਰ ਲੱਭ ਲਓ। ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਇਸ ਵਕਤ ਬੋਲਣ ਵਾਲੇ ਵਿਧਾਇਕਾਂ ਤੇ ਕਾਂਗਰਸ ਦੇ ਮੰਤਰੀਆਂ ਦੀ ਬੇਹੱਦ ਘਾਟ ਹੈ। ਇੱਕ ਪਾਸੇ ਉਹਨਾਂ ਨੇ ਖੋਲ੍ਹਿਆ ਹੋਇਆ ਮੋਰਚਾ ਅਕਾਲੀ ਦਲ ਦੇ ਖਿਲਾਫ, ਦੂਜੇ ਪਾਸੇ ਆਪਣੀ ਹੀ ਪਾਰਟੀ ਦੇ ਖਿਲਾਫ। ਤੇ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਤਿੱਖੇ ਰੌਂ ਦੇ ਵਿੱਚ ਆ ਕੇ ਸਿੱਧੂ ਦੇ ਉੱਤੇ ਸ਼ਬਦ ਕਵਾਰ ਕਰਕੇ ਗਏ ਆ ਕਿ ਮੈਂ ਚਾਹੁੰਦਾ ਕਿ ਸਿੱਧੂ ਛੇਤੀ ਪਾਰਟੀ 'ਚੋਂ ਚਲਾ ਜਾਵੇ। ਉਹਨਾਂ ਨੇ ਤਾਂ ਇੱਥੋਂ ਤੱਕ ਗੱਲ ਕਹੀ ਆ ਵੀ ਉਹ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੂੰ ਅੰਦਰ ਖਾਤੇ 3-4 ਵਾਰੀ ਮਿਲ ਚੁੱਕਿਆ। ਉਹਨੇ ਚੋਣ ਲੜਨੀ ਹੈ ਪਟਿਆਲੇ ਤੋਂ, ਮੇਰੇ ਖਿਲਾਫ ਚੋਣ ਲੜ ਲਵੇ, ਜ਼ਮਾਨਤ ਜ਼ਬਤ ਕਰਵਾ ਕੇ ਹੀ ਭੇਜਾਂਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਸਿੱਧੂ ਦਾ ਰਾਜਨੀਤਿਕ ਭਵਿੱਖ ਕੀ ਹੋਊਗਾ, ਇਹਦੇ ਉੱਤੇ ਸਭ ਦੀ ਨਿਗਾਹ ਟਿਕੀ ਰਹਿਣੀ ਹੈ। ਕੀ ਨਵਜੋਤ ਸਿੰਘ ਸਿੱਧੂ ਆਪਣੀ ਰਾਜਨੀਤਿਕ ਪਾਰਟੀ ਬਣਾਊ, ਕੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਊ, ਜਾਂ ਉਹ ਕਾਂਗਰਸ ਦੇ ਵਿੱਚ ਹੀ ਰਹੂ, ਜਾਂ ਕਾਂਗਰਸ ਹਾਈਕਮਾਨ ਇਹ ਸੋਚਦੀ ਹੈ ਕਿ ਜਿਵੇਂ ਜਿਵੇਂ ਮਹੀਨੇ ਨੇੜੇ ਆਉਣਗੇ ਆਪਾਂ ਉਵੇਂ ਕੋਈ ਮਹੱਤਵਪੂਰਨ ਫੈਸਲਾ ਲਵਾਂਗੇ। ਹਾਲਾਂਕਿ ਇਸ ਗੱਲ ਦੀ ਆਸ ਹੁਣ ਘੱਟ ਜਾਪਦੀ ਹੈ, ਕਿਉਂਕਿ ਜੇਕਰ ਤੁਹਾਡੇ ਹੱਥ ਦੇ ਵਿੱਚ ਜਿੱਤ ਦਾ ਮੰਤਰ ਹੋਵੇ ਤਾਂ ਹੇਠਾਂ ਸੂਬਿਆਂ ਦੇ ਵਿੱਚ ਵੀ ਤੁਹਾਡੀ ਚੜ੍ਹਤ ਰਹਿੰਦੀ ਹੈ, ਤੁਹਾਡਾ ਦਬਦਬਾ ਬਰਕਰਾਰ ਰਹਿੰਦਾ। ਇਸ ਵਕਤ ਤਾਂ ਕਾਂਗਰਸ ਦੇ ਹੱਥ ਦੇ ਵਿੱਚ ਸੂਬੇ ਹੀ ਹੈ ਨਹੀਂ, ਬਹੁਤ ਘੱਟ ਆ ਸਫਲਤਾ ਉਹਨਾਂ ਦੇ ਹੱਥ ਦੇ ਵਿੱਚ। ਇਸ ਕਰਕੇ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਮੇਰਾ ਖਿਆਲ ਆ ਕਿ ਇਸ ਸੂਰਤ ਦੇ ਵਿੱਚ ਨਹੀਂ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪਰੇ ਕਰਕੇ ਗੱਲ ਕਹਿਣ ਕਿ ਸਿੱਧੂ ਹੁਣ ਤੇਰੀ ਥਾਂ ਦੇ ਉੱਤੇ ਮੁੱਖ ਮੰਤਰੀ ਦਾ ਚਿਹਰਾ, ਤੁਹਾਡੀ ਸਾਨੂੰ ਲੋੜ ਨਹੀਂ ਹੈਗੀ। ਸੋ ਵਕਤ ਬਿਆਨ ਕਰੂਗਾ ਕੀ ਬਣਦਾ, ਪਰ ਇਸ ਵਕਤ ਸਿੱਧੂ ਤੇ ਕੈਪਟਨ ਦੀ ਜੰਗ ਦੇ ਵੱਲ ਪੰਜਾਬ ਦੇ ਲੋਕਾਂ ਦੀ ਨਿਗਾਹ ਜ਼ਰੂਰ ਟਿਕੀ ਹੋਈ ਹੈ। ਭਾਰਤ ਦੇ ਵਿੱਚ ਇੱਕ ਵਾਰ ਫਿਰ ਲੋਕਡਾਊਨ ਲੱਗ ਸਕਦਾ ਹੈ। ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਅਸਲ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਸੁਝਾਈ ਗਈ ਹੈ, ਰਾਏ ਦਿੱਤੀ ਗਈ ਹੈ। ਭਾਰਤ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ 3.5 ਲੱਖ ਤੋਂ ਥੱਲੇ ਨਹੀਂ ਆ ਰਹੀ। ਕਈ ਸੂਬਿਆਂ ਦੇ ਵਿੱਚ ਲੋਕਡਾਊਨ ਲੱਗ ਗਿਆ ਮੁਕੰਮਲ ਤੌਰ ਦੇ ਉੱਤੇ, ਤੇ ਕਈ ਸੂਬਿਆਂ ਦੇ ਵਿੱਚ ਰਾਤ ਦਾ ਕਰਫਿਊ ਆ, ਜਿਹਦੇ ਵਿੱਚ ਪੰਜਾਬ ਮਿੰਨੀ ਲੋਕਡਾਊਨ ਵਾਲਾ ਵੀ ਹੈ ਤੇ ਰਾਤ ਦੇ ਕਰਫਿਊ ਵਾਲਾ ਵੀ ਹੈ। ਹਰਿਆਣੇ ਦੇ ਵਿੱਚ ਲੋਕਡਾਊਨ ਆ, ਦਿੱਲੀ ਦੇ ਵਿੱਚ ਲੋਕਡਾਊਨ ਆ, ਮਹਾਰਾਸ਼ਟਰ ਦੇ ਵਿੱਚ ਲੋਕਡਾਊਨ ਆ, ਕਈ ਹੋਰ ਸੂਬਿਆਂ ਦੇ ਵਿੱਚ ਲੋਕਡਾਊਨ ਲੱਗ ਗਿਆ। ਪਰ ਕੀ ਮੁਕੰਮਲ ਲੋਕਡਾਊਨ ਭਾਰਤ ਦੇ ਵਿੱਚ ਲੱਗ ਸਕਦਾ, ਇਹਦੇ ਬਾਬਤ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਆ। ਹੁਣ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇੱਕ ਵਾਰ ਫਿਰ ਹਦਾਇਤਾਂ ਦੇ ਵਿੱਚ ਰੱਦੋ ਬਦਲ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਗੇ ਤੇ ਬਾਕੀ ਵੀ ਦੁਕਾਨਾਂ 5 ਵਜੇ ਤੱਕ ਖੁੱਲ੍ਹੇ ਰਹਿਣ ਦੀ ਉਹਨਾਂ ਨੇ ਗੱਲ ਕੀਤੀ ਹੈ। ਸ਼ਰਾਬ ਦੇ ਬਿਨਾਂ ਪੰਜਾਬ ਚੱਲਦਾ ਕਿੱਥੇ ਆ? ਅਸੀਂ ਸਮਝਦੇ ਹਾਂ ਕਿ ਸ਼ਰਾਬ ਵੀ ਇੱਕ ਘਾਤਕ ਆ, ਇਹ ਨਸ਼ਾ, ਇਹਦੇ ਤੋਂ ਲੋਕਾਂ ਨੂੰ ਬਚਣਾ ਚਾਹੀਦਾ। ਪਰ ਜਦੋਂ ਸੂਬੇ ਦੀ ਸਰਕਾਰ ਬਚਦੀ ਹੀ ਸ਼ਰਾਬ ਵੇਚ ਕੇ ਹੋਵੇ, ਉਹਦੇ ਖਜ਼ਾਨੇ ਦੇ ਵਿੱਚ ਟਣਾ ਟਣ ਕਰਦੇ ਨੋਟ ਫੇਰ ਹੀ ਡਿੱਗਦੇ ਹੋਣ, ਤਾਂ ਉਹਨਾਂ ਦੇ ਵੱਲੋਂ ਤਾਂ ਠੇਕਿਆਂ ਨੂੰ ਥਾਪੜਾ ਹੀ ਦਿੱਤਾ ਜਾਊਗਾ ਵੀ ਵੱਧ ਤੋਂ ਵੱਧ ਖੁੱਲ੍ਹੇ ਰਹਿਣਗੇ, ਵੱਧ ਤੋਂ ਵੱਧ ਪੀਓ, ਸ਼ਰਾਬੀ ਹੋ ਡਿੱਗੋ, ਲਿਵਰ ਆਪਦਾ ਖਰਾਬ ਕਰੋ, ਜੋ ਮਰਜ਼ੀ ਕਰੋ, ਸਾਡਾ ਖਜ਼ਾਨਾ ਭਰਨਾ ਚਾਹੀਦਾ, ਸਾਡਾ ਖਜ਼ਾਨਾ ਬਚਣਾ ਚਾਹੀਦਾ। ਕਿਉਂਕਿ ਜੇਕਰ ਲੋਕ ਦਾਰੂ ਨਾ ਪੀਣਗੇ ਪੰਜਾਬ ਦਾ ਵਿਕਾਸ ਕਿਵੇਂ ਹੋਊਗਾ? ਹੁਣ ਤਾਂ ਧਾਰਨਾ ਇਹ ਬਣ ਗਈ ਤੇ ਸੱਚੀ ਵੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕੇਂਦਰ ਦੀ ਸਰਕਾਰ ਨੂੰ ਕਿਹਨੇ ਸੁਝਾਅ ਦਿੱਤਾ ਕਿ 15 ਦਿਨ ਦਾ ਲੋਕਡਾਊਨ ਮੁਕੰਮਲ ਤੌਰ ਤੇ ਕੀਤਾ ਜਾਵੇ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਰੋਨਾ ਵਾਇਰਸ ਦਾ ਕਹਿਰ ਦਿਨ ਬ ਦਿਨ ਵੱਧਦਾ ਜਾ ਰਿਹਾ। ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ 3,58,000 ਦੇ ਕੇਸ ਸਾਹਮਣੇ ਆਏ ਨੇ ਤੇ ਇਸ ਦੌਰਾਨ 3500 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ। ਸੋ ਲਗਾਤਾਰ ਭਾਰਤ ਦੇ ਵਿੱਚ ਕਰੋਨਾ ਦੇ ਨਾਲ ਲੋਕਾਂ ਦੀ ਮੌਤ ਦਰ ਦੇ ਵਿੱਚ ਵਾਧਾ ਹੋ ਰਿਹਾ। ਵੱਧਦੀ ਹੋਈ ਤਬਦੀਲੀ ਦੇ ਮੱਦੇਨਜ਼ਰ ਦੇਸ਼ ਦੇ ਵਿੱਚ ਇੱਕ ਵਾਰ ਫਿਰ ਲੋਕਡਾਊਨ ਦੀ ਮੰਗ ਤੇਜ਼ੀ ਨਾਲ ਵਧਣੀ ਸ਼ੁਰੂ ਹੋਈ ਹੈ। ਵਪਾਰ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਕਿ ਅਸੀਂ ਹੁਣ ਕੀ ਕਰਨਾ ਤੇ ਕੀ ਨਹੀਂ। ਕੈਟ ਦੇ ਰਾਸ਼ਟਰੀ ਪ੍ਰਧਾਨ BC ਭਾਰਤੀਆ ਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਇਹ ਅੰਕੜੇ ਸਿਰਫ ਦੇਸ਼ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਰਹੇ ਨੇ, ਬਲਕਿ ਘਰੇਲੂ ਵਪਾਰ ਨੂੰ ਵੀ ਵਿਗਾੜ ਰਹੇ ਨੇ। ਪਰ ਇਹਨਾਂ ਅੰਕੜਿਆਂ ਦੇ ਵਿਚਕਾਰ ਕਰੋਨਾ ਦੇ ਨਾਲ ਹੋਈ ਮੌਤ ਦੇ ਭਿਆਨਕ ਅੰਕੜਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਟ ਨੇ ਕਿਹਾ ਕਿ ਭਾਰਤ ਵਰਗੀ ਵਿਕਾਸਸ਼ੀਲ ਅਰਥ ਵਿਵਸਥਾ ਲਈ ਮਨੁੱਖੀ ਸਰੋਤਾਂ ਦਾ ਘਾਟਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਅਰਥਚਾਰੇ ਤੇ ਕਾਰੋਬਾਰ ਲਈ। ਇਸ ਦੇ ਨਾਲ ਹੀ ਕੈਟ ਨੇ ਕਰੋਨਾ ਦੇ ਵੱਧ ਰਹੇ ਅੰਕੜਿਆਂ ਵੱਲ ਇਸ਼ਾਰਾ ਕਰਦਿਆਂ ਸਾਵਧਾਨ ਕੀਤਾ ਹੈ ਕਿ ਜੇ ਸਮੇਂ ਸਿਰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਹੋਰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਟ ਅਧਿਕਾਰੀਆਂ ਨੇ ਕੇਂਦਰ ਵੱਲ ਇਸ਼ਾਰਾ ਵੀ ਕੀਤਾ ਹੈ ਕਿ ਡਾਕਟਰੀ ਸਹੂਲਤਾਂ ਵਿੱਚ ਵਾਧਾ ਕਰਨਾ ਵੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਤੇ ਇਸ ਵਕਤ ਕਰੋਨਾ ਦੇ ਨਾਲ ਨਜਿੱਠਣ ਦੇ ਲਈ ਘੱਟੋ ਘੱਟ 15 ਦਿਨ ਦੇ ਲਈ ਮੁਕੰਮਲ ਤੌਰ ਦੇ ਉੱਤੇ ਭਾਰਤ ਦੇ ਵਿੱਚ ਲੋਕਡਾਊਨ ਹੋਣਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੇਂਦਰ ਦੀ ਸਰਕਾਰ ਵੀ ਅਸਲ ਦੇ ਵਿੱਚ ਸ਼ਸ਼ੋਪੰਜ ਦੇ ਵਿੱਚ ਹੈ ਕਿ ਜੇਕਰ ਮੁਕੰਮਲ ਤੌਰ ਦੇ ਉੱਤੇ ਲੋਕਡਾਊਨ ਲਾਤਾ ਤਾਂ ਇਸ ਵਕਤ ਲੋਕਾਂ ਨੂੰ ਕੁਝ ਦੇਣ ਦੇ ਲਈ ਕੇਂਦਰ ਦੀ ਸਰਕਾਰ ਦੇ ਕੋਲੇ ਪਹਿਲਾਂ ਹੀ ਨਹੀਂ, ਜਾਂ ਉਹ ਦੇਣਾ ਨਹੀਂ ਚਾਹੁੰਦੇ ਜਾਂ ਉਹਨਾਂ ਦੇ ਕੋਲ ਕੁਝ ਨਹੀਂ। ਤੇ ਜੇਕਰ ਹੁਣ ਦੁਬਾਰਾ ਫਿਰ ਲੋਕਡਾਊਨ ਲੱਗਿਆ ਤਾਂ ਲੋਕ ਖਾਣਗੇ ਕੀ? ਸਰਕਾਰ ਨੇ ਦੇਣਾ ਕੁਝ ਨਹੀਂ, ਕਾਰੋਬਾਰ ਬੰਦ ਹੋ ਜਾਣਗੇ ਤੇ ਫਿਰ ਕੰਮ ਕਿਵੇਂ ਚੱਲੂ? ਇਸ ਕਰਕੇ ਕੇਂਦਰ ਦੀ ਸਰਕਾਰ ਇਹ ਸੋਚਦੀ ਹੈ ਕਿ ਜੇਕਰ ਐਂ ਹੀ ਮਸਲੇ ਦਾ ਹੱਲ ਹੋ ਜੇ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਆ, ਕਿਉਂਕਿ ਪੰਜਾਬ ਦੇ ਵਿੱਚ 15 ਦਿਨ ਦਾ ਮਿਨੀ ਲੋਕਡਾਊਨ ਲਾਇਆ। ਲਗਾਤਾਰ ਪੰਜਾਬ ਦੇ ਦੁਕਾਨਦਾਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਹਾਂ 5 ਵਜੇ ਤੱਕ ਦੁਕਾਨਾਂ ਖੋਲ੍ਹ ਲਓ। ਫਿਰ ਉਹਦੇ ਵਿੱਚ ਕੁਝ ਰਿਆਇਤਾਂ ਦੇ ਦਿੱਤੀਆਂ ਗਈਆਂ। ਸੋ ਸੂਬਿਆਂ ਦੀਆਂ ਸਰਕਾਰਾਂ ਤੇ ਕੇਂਦਰ ਦੀ ਸਰਕਾਰ ਇਸ ਵਕਤ ਕੁੜਕੀ ਦੇ ਵਿੱਚ ਵੀ ਹੈ। ਇਹ ਚਾਹੀਦਾ ਸੀ 1.25 ਸਾਲ ਪਹਿਲਾਂ ਹੀ ਕਿ ਜਦੋਂ ਮਸਲਾ ਖੜਾ ਹੋਇਆ ਤੇ ਅਸੀਂ ਢੁਕਵਾਂ ਹੱਲ ਕੱਢੀਏ,
ਪਰ ਕੇਂਦਰ ਦੀ ਸਰਕਾਰ ਨੇ ਉਦੋਂ ਕੁਛ ਨਹੀਂ ਕੀਤਾ ਤੇ ਅੱਜ ਉਹਨਾਂ ਦੇ ਪਿੰਡ ਪੱਲੇ ਕੁਝ ਨਹੀਂਗਾ ਕਿ ਅਸੀਂ ਵੇਲੇ ਸਿਰ ਢੁਕਵਾਂ ਹੱਲ ਕੱਢ ਲਈਏ। ਸੋ ਆਉਂਦੇ ਸਮੇਂ ਦੇ ਵਿੱਚ ਲੋਕ ਤੰਦਰੁਸਤੀ ਦੇ ਵਿੱਚ ਰਹਿਣ ਦੇ ਲਈ ਆਪੇ ਹੀ ਉਦਮ ਕਰਨ, ਆਪੇ ਹੀ ਚਾਰਾਜ਼ੋਈ ਕਰਨ। ਕੇਂਦਰ ਦੀ ਸਰਕਾਰ ਇਹ ਚਾਹੁੰਦੀ ਆ। ਉਹਨਾਂ ਦੇ ਵੱਲੋਂ ਹੱਥ ਖੜੇ ਕੀਤੇ ਹੋਏ ਪ੍ਰਤੀਤ ਹੋ ਰਹੇ ਆ ਕਿ ਭਾਈ ਹੁਣ ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਬੇਸ਼ੱਕ ਇਹ ਗੱਲ ਕਹੀ ਜਾਂਦੀ ਹੈ ਆਕਸੀਜਨ ਬਹੁਤ ਪੈਦਾ ਕਰਤੀ, ਅਸੀਂ ਆ ਵੀ ਕਰਤਾ, ਅਸੀਂ ਉਹ ਵੀ ਕਰਤਾ, ਪਰ ਦੇਸ਼ ਦੇ ਵਿੱਚ ਹੋਇਆ ਪਿਛਲੇ ਸਵਾ ਸਾਲ ਦੇ ਵਿੱਚ ਕੀ ਹੈ ਇਹਦੇ ਬਾਬਤ ਤਾਂ ਹੁਣ ਦੁਨੀਆ ਭਰ ਦਾ ਮੀਡੀਆ ਬੋਲ ਰਿਹਾ। ਭਾਰਤ ਦਾ ਮੀਡੀਆ ਭਾਵੇਂ ਬੋਲੇ ਜਾਂ ਨਾ ਬੋਲੇ, ਭਾਰਤ ਦਾ ਮੀਡੀਆ ਤੇ ਗੱਲ ਕਹਿ ਰਿਹਾ ਆਕਸੀਜਨ ਦੀ ਕਮੀ ਕੋਈ ਨਹੀਂ। ਤੇ ਜੇ ਆਕਸੀਜਨ ਦੀ ਕਮੀ ਕੋਈ ਨਹੀਂ, ਫਿਰ ਕਰਨਾਟਕ ਦੇ ਹਸਪਤਾਲ ਦੇ ਵਿੱਚ 24 ਮੌਤਾਂ ਕਿਵੇਂ ਹੋ ਜਾਂਦੀਆਂ? ਫਿਰ ਦਿੱਲੀ ਦੇ ਹਸਪਤਾਲਾਂ ਵਿੱਚ ਮੌਤਾਂ ਕਿਉਂ ਹੋ ਰਹੀਆਂ? ਅੰਮ੍ਰਿਤਸਰ ਦੇ ਵਿੱਚ ਮੌਤਾਂ ਕਿਉਂ ਹੋ ਰਹੀਆਂ? ਇੱਕ ਹੋਰ ਜਾਣਕਾਰੀ ਦੇਣੀ ਬਣਦੀ ਹੈ। ਸਰਕਾਰ ਨੇ ਕਿਹਾ ਸੀ ਕਿ 1 ਮਈ ਤੋਂ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੇ ਕੋਰੋਨਾ ਵੈਕਸੀਨ ਲਾਜ਼ਮੀ ਆ, ਪਰ ਕਈ ਸੂਬਿਆਂ ਦੇ ਵਿੱਚ ਸ਼ੁਰੂਆਤ ਹੀ ਨਹੀਂ ਹੋਈ। ਪੰਜਾਬ ਦੇ ਵਿੱਚ ਨਹੀਂ ਹੋਈ ਕਿਉਂਕਿ ਇੱਥੇ ਕੋਰੋਨਾ ਵੈਕਸੀਨ ਮੁੱਕ ਚੁੱਕੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।